तिचर जाने भला कर जिचर लेवै दे। लो हजूर कहते ने बहुते लोग तां इबादत नहीं करते, तिजारत करते ने, नाम दा वपार नहीं करते, बल्कि वो एक दुनिया दा ही विहार करते ने। तिचर जाने भला कर जिचर लेवै दे। लो उन्ना चਿਰ ਹੀ ਉਸ ਪਰਮੇਸ਼ਰ ਨੂੰ ਭਲਾ ਕਰਕੇ ਜਾਣਦੇ ਹਨ ਜਿਚਰ ਲੇਵੈ ਦੇ, ਜਿੰਨਾ ਚਿਰ ਅਸੀਂ ਉਸਦੇ ਕੋਲੋਂ ਮੰਗਦੇ ਹਾਂ, ਲੈਂਦੇ ਹਾਂ ਤੇ ਉਹ ਸਾਨੂੰ ਦੇ ਹੀ ਜਾਂਦਾ। ਉਹਨਾਂ ਚਿਰ ਹੀ ਅਸੀਂ ਰੱਬ ਨੂੰ ਚੰਗਾ ਸਮਝਦੇ ਹਾਂ। ਤੇ ਜਦੋਂ ਕਿਤੇ ਵਾਹਿਗੁਰੂ ਪਰਮੇਸ਼ਰ ਸਾਡੀ ਇੱਛਾ ਪੂਰੀ ਨਾ ਕਰੇ, ਸਾਡੀ ਗੱਲ ਨਾ ਮੰਨੇ, ਤੇ ਉਸੇ ਵੇਲੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਇਹ ਕਾਹਦਾ ਪਿਆਰ ਹੈ? ਇਹ ਕਾਹਦੀ ਭਗਤੀ ਹੈ? ਇਹ ਕਾਹਦੀ ਇਬਾਦਤ ਹੈ? ਇਹ ਇਬਾਦਤ ਨਹੀਂ, ਤਿਜਾਰਤ ਹੈ। ਬਹੁਤੇ ਲੋਕ ਇਹੋ ਜਿਹੇ ਵੀ ਬੈਠੇ ਨੇ, ਉਹ ਕਹਿੰਦੇ ਨੇ ਜੇ ਰੱਬ ਨੇ ਸਾਡੀ ਆਹ ਇੱਛਾ ਪੂਰੀ ਨਾ ਕੀਤੀ ਤੇ ਅਸੀਂ ਗੁਰਦੁਆਰੇ ਹੀ ਨਹੀਂ ਜਾਣਾ। ਨਿਤਨੇਮ ਵੀ ਛੱਡ ਦਿੰਦੇ ਨੇ, ਬਾਣੀ ਵੀ ਛੱਡ ਦਿੰਦੇ ਨੇ, ਸੇਵਾ ਵੀ ਛੱਡ ਦਿੰਦੇ ਨੇ। ਇਹ ਕਾਹਦੀ ਪ੍ਰੀਤੀ ਹੈ? ਹਜ਼ੂਰ ਕਹਿੰਦੇ ਭਾਈ ਇਹੋ ਜਿਹੀਆਂ ਗੱਲਾਂ ਕਰਨੀਆਂ ਝੂਠੀਆਂ ਨੇ ਜਿੰਨਾ ਚਿਰ ਤੱਕ ਅੰਦਰੋਂ ਪ੍ਰੀਤ ਨਾ ਹੋਵੇ। ਜਿਹਦੇ ਅੰਦਰੋਂ ਪਿਆਰ ਹੋਵੇ ਤੇ ਫਿਰ ਉਹ ਕਦੇ ਸੇਵਾ ਨਹੀਂ ਛੱਡਦਾ, ਕਦੇ ਬਾਣੀ ਦਾ ਲੜ ਨਹੀਂ ਛੱਡਦਾ, ਕਦੇ ਗੁਰੂ ਦਾ ਪਿਆਰ ਨਹੀਂ ਛੱਡਦਾ, ਕਦੇ ਗੁਰੂ ਘਰ ਆਉਣੋਂ ਨਹੀਂ ਹਟਦਾ। ਹਜ਼ੂਰ ਕਹਿੰਦੇ ਨੇ ਦੁਨੀਆ ਦੇ ਲੋਕ ਇਹੋ ਜਿਹੇ ਨੇ, ਉਹਨਾਂ ਚਿਰ ਤੱਕ ਵੀ ਭਲਾ ਕਰਕੇ ਸਮਝਦੇ ਨੇ ਜਿੰਨਾ ਚਿਰ ਤੱਕ ਅਸੀਂ ਕੁਛ ਲੈਂਦੇ ਹਾਂ ਤੇ ਦੇਣ ਵਾਲਾ ਦਾਤਾ ਸਾਨੂੰ ਦੇ ਹੀ ਜਾਵੇ, ਤੇ ਸਾਡਾ ਲੈਣ ਦੇਣ ਦੇ ਨਾਲ ਹੀ ਪਿਆਰ ਭੱਜਿਆ ਹੋਇਆ, ਤੇ ਬਿਨਾਂ ਕਿਸੇ ਕਾਰਨ ਤੋਂ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਜਾਂ ਸਿਮਰਨ ਨਹੀਂ ਕਰਦੇ। ਪੌੜੀ ਜਿਨ ਉਪਾਏ ਜੀ ਤਿਨ ਹਰ ਰਾਖਿਆ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕੀਤੇ ਨੇ, ਤਿਨ ਹਰ ਰਾਖਿਆ, ਉਸੇ ਅਕਾਲ ਪੁਰਖ ਵਾਹਿਗੁਰੂ ਨੇ ਬਈ ਸਾਰਿਆਂ ਦੀ ਰੱਖਿਆ ਕੀਤੀ ਹੈ। ਅੰਮ੍ਰਿਤ ਸੱਚਾ ਨਾਮ ਭੋਜਨ ਚਾਖਿਆ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਅੰਮ੍ਰਿਤ ਰੂਪ ਭੋਜਨ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਵ ਵੇਲਾ ਮੁਖ ਪਾਵੋ। ਅਸੀਂ ਉਸ ਵਾਹਿਗੁਰੂ ਦਾ ਸੱਚਾ ਨਾਮ ਰੂਪੀ ਅੰਮ੍ਰਿਤ ਭੋਜਨ ਛਕਿਆ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ। ਉਹਨਾਂ ਗੁਰਮੁਖਾਂ ਨੇ ਇਹ ਸੱਚਾ ਨਾਮ ਰੂਪੀ ਅੰਮ੍ਰਿਤ ਭੋਜਨ ਛਕਿਆ ਹੈ। ਤਿਪਤ ਰਹੇ ਆਗਾਏ ਮਿੱਟੀ ਭਪਾਖਿਆ। ਲੋ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਮਨ ਕਰਕੇ ਵੀ ਤ੍ਰਿਪਤ ਹੋ ਗਏ ਤੇ ਸਰੀਰ ਕਰਕੇ ਵੀ ਉਹ ਤ੍ਰਿਪਤ ਹੋ ਗਏ। ਉਹਨਾਂ ਦੀਆਂ ਤਨ ਦੀਆਂ ਭੁੱਖਾਂ ਵੀ ਦੂਰ ਹੋ ਗਈਆਂ ਤੇ ਮਨ ਦੀਆਂ ਭੁੱਖਾਂ ਵੀ ਦੂਰ ਹੋ ਗਈਆਂ। ਮਿੱਟੀ ਭਪਾਖਿਆ, ਤੇ ਜਿਹੜੀ ਆਸਾ ਤ੍ਰਿਸ਼ਨਾ ਦੀ ਭੁੱਖ ਸੀ, ਭਪਾਖਿਆ ਦਾ ਅਰਥ ਭੁੱਖ, ਜਿਹੜੀ ਆਸਾ ਤ੍ਰਿਸ਼ਨਾ ਦੀ ਭੁੱਖ ਸੀ ਉਹ ਵੀ ਉਹਨਾਂ ਦੀ ਮਿਟ ਗਈ। ਸਭ ਅੰਦਰ ਇੱਕ ਵਰਤੈ ਕਿਨੈ ਵਿਰਲੇ ਲਾਖਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਸਭ ਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਵਰਤ ਰਿਹਾ ਹੈ, ਪਰ ਕਿਸੇ ਵਿਰਲੇ ਨੇ ਹੀ ਉਸ ਨੂੰ ਜਾਣਿਆ। ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਕੀਆ। ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ। ਵਰਤ ਤੇ ਸਾਰਿਆਂ ਵਿੱਚ ਹੀ ਇੱਕ ਰਿਹਾ ਹੈ, ਪਰ ਕਿਸੇ ਵਿਰਲੇ ਨੇ ਉਸ ਨੂੰ ਜਾਣਿਆ ਹੈ। ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਤੇ ਨਿਹਾਲ ਹੋ ਗਏ ਹਾਂ। ਕਿਵੇਂ? ਪ੍ਰਭ ਕੀ ਪਾਖਿਆ, ਉਸ ਵਾਹਿਗੁਰੂ ਦੀ ਪਾਖਿਆ ਸ਼ਰਨ ਵਿੱਚ ਆ ਕੇ, ਉਸ ਦੀ ਪਨਾਹ ਲੈ ਕੇ, ਉਹਦੀ ਸ਼ਰਨ ਵਿੱਚ ਆ ਕੇ ਅਸੀਂ ਤੇ ਨਿਹਾਲ ਹੋ ਗਏ ਹਾਂ। ਕਿਉਂਕਿ ਵਾਹਿਗੁਰੂ ਦੀ ਸ਼ਰਨ ਇੱਕ ਐਸਾ ਮਜ਼ਬੂਤ ਕਿਲਾ ਹੈ। ਹਰ ਚਰਨ ਸ਼ਰਨ ਗੜ ਕੋਟ ਹਮਾਰਾ, ਕਾਲ ਕੰਟਕ ਜਮ ਤਿਸ ਨਾ ਬਦਾਰਾ। ਜਿਸਨੂੰ ਜਮ ਦੂਤ ਵੀ ਨਹੀਂ ਤੋੜ ਸਕਦਾ, ਮੌਤ ਵੀ ਨਹੀਂ ਉਸ ਨੂੰ ਖੋ ਸਕਦੀ। ਐਸੀ ਵਾਹਿਗੁਰੂ ਦੀ ਸ਼ਰਨ ਇੱਕ ਐਸਾ ਕਿਲਾ ਹੈ। ਅਸੀਂ ਤੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਨਿਹਾਲ ਹੋ ਗਏ ਹਾਂ। ਜਾਂ ਦੂਜਾ ਕੁਛ ਵਿਦਵਾਨਾਂ ਨੇ ਅਰਥ ਕੀਤਾ ਹੈ, ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ। ਉਸ ਵਾਹਿਗੁਰੂ ਦੀ ਪਾਖਿਆ ਜਿਹੜੀ ਪੱਖ ਕਰਨ ਵਾਲੀ,
ਅੰਗੀਕਾਰ ਤੇ ਖਿਸਮਾਨਾ ਕਰਨ ਵਾਲੀ ਕਿਰਿਆ ਨੂੰ ਦੇਖ ਕੇ ਉਹ ਵਾਹਿਗੁਰੂ ਕਿਵੇਂ ਆਪਣੇ ਭਗਤਾਂ ਦਾ ਪੱਖ ਕਰਦਾ ਹੈ, ਕਿਵੇਂ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਹੈ। ਵੀ ਉਹ ਜਿਹੜੀ ਪੱਖ ਵਾਲੀ ਕਿਰਿਆ ਨੂੰ ਵੇਖ ਕੇ ਅਸੀਂ ਨਿਹਾਲ ਹੋ ਗਏ ਹਾਂ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਇਹ ਸੂਝਵਾਨ ਗੁਰਸਿੱਖਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਹੇ ਗਰੀਬ ਨਿਵਾਜ ਸਤਿਗੁਰੂ ਜੀ, ਤੁਸਾਂ ਇਹ ਬਾਣੀ ਵਿੱਚ ਲਿਖਿਆ ਹੈ, ਜਿਹੜਾ ਵੀ ਗੁਰਸਿੱਖ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ ਉਹਦਾ ਭਲਾ ਹੋ ਜਾਂਦਾ ਹੈ। ਗੁਰ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਜਿਹਨੇ ਗੁਰੂ ਦੇ ਇੱਕ ਵਾਰੀ ਦਰਸ਼ਨ ਕਰ ਲਏ ਉਹ ਮੁੜ ਕੇ ਜਮਾਂ ਦੇ ਵਸ ਨਹੀਂ ਪੈਂਦਾ। ਇਹ ਐਸੀਆਂ ਗੱਲਾਂ ਬਾਣੀ ਵਿੱਚ, ਇਤਿਹਾਸ ਵਿੱਚ ਲਿਖੀਆਂ ਮਿਲਦੀਆਂ ਨੇ। ਕੀ ਇਹ ਸੱਚ ਹੈ? ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਰਸ਼ਨ ਕਈ ਪ੍ਰਕਾਰ ਦਾ ਹੈ, ਇਹਨੂੰ ਸਮਝਣ ਦੀ ਲੋੜ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਬਈ ਜਿਤਨਾ ਵੀ ਇਹ ਜਗਤ ਹੈ, ਜਿਤਨਾ ਵੀ ਸੰਸਾਰ ਹੈ, ਜਗਤ ਦਾ ਅਰਥ ਮਹਾਂਪੁਰ ਕਰਦੇ ਸਨ ਜਿਹੜਾ ਜਾ ਪੈਦਾ ਹੋਵੇ ਤੇ ਗਤ ਨਾਸ ਹੋ ਜਾਵੇ, ਉਹਨੂੰ ਕਹਿੰਦੇ ਆ ਜਗਤ। ਤੇ ਸੰਸਾਰ ਕਹਿੰਦੇ ਨੇ ਸੰਸ੍ਰਿਤੀ ਸੰਸਾਰ ਆ, ਜਿਹੜਾ ਸੰਸੇ ਨਾਲ ਭਰਿਆ ਹੋਵੇ। ਸੰਸਾਰ ਵਿੱਚ ਸੰਸਿਆਂ ਤੋਂ ਸਿਵਾਏ ਹੋਰ ਹੈ ਵੀ ਕੀ, ਉਹਨੂੰ ਸੰਸਾਰ ਕਹਿੰਦੇ ਨੇ। ਲਓ, ਜਿਤਨਾ ਵੀ ਇਹ ਪੈਦਾ ਹੋ ਕੇ ਨਾਸ ਹੋਣ ਵਾਲਾ ਸੰਸਾਰ ਹੈ, ਵੀ ਇਹ ਸਾਰਾ ਹੀ ਸਤਿਗੁਰੂ ਨੂੰ ਸਮਾਨ ਰੂਪ ਦੇ ਵਿੱਚ ਦੇਖਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਸਾਰੇ ਸੰਸਾਰ ਨੇ ਕੀਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਸਤਿਗੁਰੂ ਸਨ। ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ। ਵੀ ਸਤਿਗੁਰੂ ਨੇ ਚਾਰੇ ਚੱਕਾਂ ਦਾ ਉਧਾਰ ਕਰ ਦਿੱਤਾ ਤੇ ਨੌ ਖੰਡਾਂ ਦਾ ਵੀ ਉਧਾਰ ਕਰ ਦਿੱਤਾ। ਪਰ ਹਜ਼ੂਰ ਕਹਿੰਦੇ ਨੇ ਦਰਸ਼ਨ ਦੇ ਵਿੱਚ ਫਰਕ ਹੈ। ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜੇ ਕੋਈ ਆਦਮੀ ਇਹ ਆਖੇ ਵੀ ਮੈਂ ਸਤਿਗੁਰੂ ਦਾ ਬਹਿਰੂਨੀ ਸਰੀਰਕ ਦਰਸ਼ਨ ਕੀਤਾ ਹੈ ਤੇ ਮੈਂ ਇਹਦੇ ਨਾਲ ਮੁਕਤ ਹੋ ਜਾਵਾਂਗਾ, ਪਰ ਸਤਿਗੁਰੂ ਕਹਿੰਦੇ ਨਹੀਂ, ਕੇਵਲ ਬਹਿਰੂਨੀ ਦਰਸ਼ਨ ਕਰਕੇ ਮੁਕਤੀ ਨਹੀਂ ਹੋ ਸਕਦੀ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਭੱਟਾਂ ਨੇ ਆਖਿਆ ਸੀ ਤਾਰਨ ਗਗਨ ਨਾ ਉਖੰਡ ਮਹਿ, ਜੋਤ ਸਵੈਰੂਪੀ ਰਹਿਓ ਪਰ। ਭਣ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਬਈ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਪਰਮੇਸ਼ਰ ਦਾ ਸਰੂਪ ਹਨ। ਪਰ ਜਿਨ੍ਹਾਂ ਜ਼ਾਲਮਾਂ ਨੇ, ਦੁਸ਼ਟਾਂ ਨੇ ਉਹਨਾਂ ਨੂੰ ਤਤੀ ਤਵੀ ਤੇ ਬੈਠਾਇਆ, ਜਿਨ੍ਹਾਂ ਨੇ ਉਬਲਦੀ ਦੇਗ ਵਿੱਚ ਉਬਾਲਿਆ ਤੇ ਜਿਨ੍ਹਾਂ ਨੇ ਉਹਨਾਂ ਦੇ ਸੀਸ ਉੱਤੇ ਗਰਮ ਰੇਤ ਵੀ ਪਾਈ, ਦੇਖਿਆ ਤਾਂ ਉਹਨਾਂ ਨੇ ਵੀ ਸੀ, ਜ਼ਾਲਮਾਂ ਨੇ ਵੀ ਦੇਖਿਆ, ਦੁਸ਼ਟਾਂ ਨੇ ਵੀ ਦੇਖਿਆ ਸੀ। ਪਰ ਹਜ਼ੂਰ ਕਹਿੰਦੇ ਡਿਠੈ ਮੁਕਤ ਨਾ ਹੋਵੇ। ਕੇਵਲ ਬਾਹਰੋਂ ਦੇਖਣ ਮਾਤਰ ਦੇ ਨਾਲ ਮੁਕਤੀ ਨਹੀਂ ਹੋ ਸਕਦੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਅਸਲੀ ਤਾਂ ਗੁਰੂ ਦਾ ਸਰੂਪ ਸ਼ਬਦ ਵਿੱਚੋਂ ਹੁੰਦਾ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਅਸਲੀ ਗੁਰੂ ਦੀ ਮੂਰਤ, ਗੁਰੂ ਦਾ ਸਰੂਪ ਗੁਰੂ ਦਾ ਸ਼ਬਦ ਹੈ। ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਤੱਕ ਕੋਈ ਗੁਰੂ ਸ਼ਬਦ ਦੇ ਨਾਲ ਜੁੜ ਕੇ ਸਿਧਾਂਤ ਦੀ ਵਿਚਾਰ ਨਹੀਂ ਕਰਦਾ, ਉਹਨਾਂ ਚਿਰ ਤੱਕ ਗੁਰੂ ਦਾ ਅਸਲੀ ਜਿਹੜਾ ਰੂਹਾਨੀ ਦੀਦਾਰ ਹੈ ਉਹ ਨਹੀਂ ਹੋ ਸਕਦਾ। ਕੇਵਲ ਬਾਹਰਲੀਆਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਕੇ ਮੁਕਤੀ ਨਹੀਂ ਮਿਲ ਸਕਦੀ। ਤੇ ਅਸਲੀ ਗੁਰੂ ਦਾ ਰੂਪ ਹੈ ਗੁਰੂ ਦਾ ਸ਼ਬਦ। ਤੇ ਗੁਰੂ ਸ਼ਬਦ ਦੇ ਵਿੱਚ ਜਦੋਂ ਅਸੀਂ ਜੁੜਦੇ ਹਾਂ, ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਤਾਂ ਅਸਲੀ ਗੁਰੂ ਦਾ ਅਸਲੀ ਜਿਹੜਾ ਰੂਹਾਨੀ ਦਰਸ਼ਨ ਸਾਨੂੰ ਗੁਰੂ ਸ਼ਬਦ ਵਿੱਚੋਂ, ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਮਹਾਂਪੁਰਖ ਦਰਸ਼ਨਾਂ ਦੇ ਬਾਰੇ ਇਹ ਵੀ ਵਿਚਾਰ ਦੱਸਦੇ ਸਨ ਬਈ ਇੱਕ ਚਿੱਤਰ ਦਰਸ਼ਨ ਹੁੰਦਾ ਹੈ, ਦੂਸਰਾ ਸੁਪਨ ਦਰਸ਼ਨ ਹੁੰਦਾ ਹੈ, ਤੀਸਰਾ ਸਰਵਣ ਦਰਸ਼ਨ ਹੁੰਦਾ ਹੈ
ਤੇ ਚੌਥਾ ਪ੍ਰਤੱਖ ਦਰਸ਼ਨ ਹੁੰਦਾ ਹੈ। ਚਿੱਤਰ ਦਰਸ਼ਨ ਵੀ ਜਿਵੇਂ ਆਪਾਂ ਕਈ ਮਨੋਕਲਪਿਤ ਤਸਵੀਰਾਂ ਦੇਖਦੇ ਹਾਂ, ਸਾਡੇ ਗੁਰੂਆਂ ਦੀਆਂ ਵੀ ਹਨ, ਹੋਰ ਮਹਾਂਪੁਰਖਾਂ ਦੀਆਂ, ਔਰ ਇਹ ਚਿੱਤਰ ਦਰਸ਼ਨ ਹੈ। ਸੁਪਨ ਦਰਸ਼ਨ ਕਈ ਵਾਰੀ ਸੁਪਨੇ ਦੇ ਵਿੱਚ ਕੋਈ ਸਾਨੂੰ ਦਿਖਾਈ ਦੇ ਜਾਂਦਾ, ਉਹ ਸੁਪਨ ਦਰਸ਼ਨ ਹੁੰਦੇ ਨੇ। ਤੇ ਇੱਕ ਸਰਵਣ ਦਰਸ਼ਨ ਹੁੰਦੇ ਨੇ, ਕਿਸੇ ਬਾਰੇ ਆਪਾਂ ਸੁਣਦੇ ਹਾਂ ਵੀ ਫਲਾਨਾ ਮਹਾਂਪੁਰਖ ਇਹੋ ਜਿਹਾ ਹੈ, ਤੇ ਉਹਦੇ ਸਾਨੂੰ ਉਹਦੀ ਸ਼ਕਲ ਸੁਣ ਕੇ ਸਾਡੇ ਹਿਰਦੇ ਵਿੱਚ ਇੱਕ ਬਣ ਜਾਂਦੀ ਹੈ। ਇਹ ਸਰਵਣ ਦਰਸ਼ਨ ਹੁੰਦੇ ਨੇ। ਚੌਥੇ ਹੁੰਦੇ ਨੇ ਪ੍ਰਤੱਖ ਦਰਸ਼ਨ। ਪ੍ਰਤੱਖ ਦਰਸ਼ਨ ਜਦੋਂ ਅਸੀਂ ਅੱਖਾਂ ਦੇ ਨਾਲ ਪ੍ਰਤੱਖ ਕਿਸੇ ਦੇ ਦੀਦਾਰ ਕਰ ਲਈਏ, ਇਹਨੂੰ ਪ੍ਰਤੱਖ ਦਰਸ਼ਨ ਕਹਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਕੇਵਲ ਬਾਹਰਲੇ ਦਰਸ਼ਨ ਕਰਕੇ ਮੁਕਤੀ ਨਹੀਂ ਹੋ ਸਕਦੀ, ਜਿੰਨਾ ਚਿਰ ਤੱਕ ਗੁਰੂ ਸ਼ਬਦ ਦੁਆਰਾ ਵਿਚਾਰ ਨਾ ਕੀਤੀ ਜਾਵੇ। ਅਸਲੀ ਗੁਰੂ ਕਾ ਦਰਸ਼ਨ ਗੁਰੂ ਕੇ ਸ਼ਬਦ ਦੇ ਸਿਧਾਂਤ ਵਿੱਚੋਂ ਹੁੰਦਾ ਹੈ। ਹਉਮੈ ਮੈਲ ਨਾ ਚੁਕਈ, ਨਾਮ ਨਾ ਲੱਗੈ ਪਿਆਰ। ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਹਉਮੈ ਦੀ ਮੈਲ ਵੀ ਨਹੀਂ ਖਤਮ ਹੁੰਦੀ। ਨਾਮ ਨਾ ਲੱਗਿਆ ਪਿਆਰ, ਤੇ ਨਾ ਹੀ ਨਾਮ ਦੇ ਨਾਲ ਪਿਆਰ ਲੱਗ ਸਕਦਾ ਹੈ, ਕਿਉਂਕਿ ਜਿੰਨਾ ਚਿਰ ਤੱਕ ਮਨ ਦੇ ਵਿੱਚ ਹਉਮੈ ਦੀ ਮੈਲ ਹੈ, ਉਨਾ ਚਿਰ ਨਾਮ ਦੇ ਨਾਲ ਵੀ ਕਦੀ ਪਿਆਰ ਨਹੀਂ ਲੱਗ ਸਕਦਾ। ਕਿਉਂਕਿ ਸਤਿਗੁਰੂ ਦੇ ਬਚਨ ਨੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਇੱਕ ਆਪੇ ਬਖਸ਼ ਮਿਲਾਇਨ, ਦੁਬਦਾ ਤਜ ਵਿਕਾਰ। ਇੱਕ ਐਸੇ ਵੀ ਗੁਰਮੁਖ ਗੁਰਸਿੱਖ ਮਾਈ ਭਾਈ ਨੇ, ਉਹਨਾਂ ਦੇ ਸਾਰੇ ਗੁਨਾਹਾਂ ਨੂੰ ਆਪ ਹੀ ਬਖਸ਼ ਕੇ ਆਪਣੇ ਨਾਲ ਮਿਲਾ ਲਿਆ ਹੈ। ਦੁਬਦਾ ਤਜ ਵਿਕਾਰ, ਜਿਨ੍ਹਾਂ ਨੇ ਦੁਬਦਾ ਤੇ ਵਿਕਾਰਾਂ ਨੂੰ ਛੱਡ ਦਿੱਤਾ ਸੀ, ਐਸੇ ਮਹਾਂਪੁਰਖਾਂ ਨੂੰ ਸਤਿਗੁਰੂ ਨੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਆਪ ਹੀ ਆਪਣੇ ਨਾਲ ਮਿਲਾ ਲਿਆ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇੱਕ ਇਹੋ ਜਿਹੇ ਵੀ ਦਰਸ਼ਨ ਨੇ, ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ। ਇੱਕ ਇਹੋ ਜਿਹੇ ਵੀ ਗੁਰਸਿੱਖ ਨੇ ਜਿਨ੍ਹਾਂ ਨੇ ਇੱਕੋ ਵਾਰੀ ਸਤਿਗੁਰੂ ਦੇ ਦਰਸ਼ਨ ਕੀਤੇ ਤੇ ਜੀਵਤ ਭਾਵ ਤੋਂ ਮਰ ਕੇ ਤੇ ਗੁਰੂ ਤੋਂ ਆਪਾ ਵਾਰ ਕੇ ਗੁਰੂ ਦੇ ਨਾਲ ਹੀ ਮਿਲ ਗਏ। ਸਤਿਗੁਰ ਹੇਤ ਪਿਆਰ, ਤੇ ਸਤਿਗੁਰੂ ਦੇ ਨਾਲ ਉਹਨਾਂ ਨੇ ਮਨੋ ਤਨੋ ਪਿਆਰ ਕੀਤਾ, ਤੇ ਮਨੋ ਤਨੋ ਪਿਆਰ ਦਾ ਸਦਕਾ ਗੁਰੂ ਦੇ ਦਰਸ਼ਨ ਕਰਕੇ ਤੇ ਆਪਣੀ ਜਾਨ ਕੁਰਬਾਨ ਕਰਕੇ ਅੰਤਰ ਆਤਮਾ ਵੀ ਗੁਰੂ ਨੂੰ ਜਾ ਮਿਲੇ। ਅਸਲੀ ਬਈ ਉਹੀ ਮਹਾਂਪੁਰਖ ਸੰਸਾਰ ਦੇ ਵਿੱਚ ਧੰਤਾ ਯੋਗ ਹੁੰਦੇ ਨੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਦੀਵੇ ਦੀ ਲਾਟ ਨੂੰ ਅਸੀਂ ਵੀ ਦੇਖਦੇ ਹਾਂ, ਹੋਰ ਵੀ ਜੀਵ ਦੇਖਦੇ ਨੇ, ਪਰ ਜਿਹੜਾ ਪਤੰਗਾ ਹੁੰਦਾ ਹੈ, ਭਮੱਕੜ ਹੁੰਦਾ ਹੈ, ਪਰਵਾਨਾ ਹੁੰਦਾ ਹੈ, ਉਹ ਦੀਵੇ ਦੀ ਲਾਟ ਨੂੰ ਦੇਖ ਕੇ ਮਰ ਮਿਲੇ, ਉਹ ਜਾਨ ਕੁਰਬਾਨ ਕਰ ਦਿੰਦਾ ਹੈ। ਇਉਂ ਭਾਈ ਸਤਿਗੁਰੂ ਦੇ ਦਰਸ਼ਨ ਕਰਕੇ ਜਿਹੜੇ ਗੁਰਸਿੱਖ ਆਪਣੀ ਜਾਨ ਗੁਰੂ ਤੋਂ ਵਾਰ ਦਿੰਦੇ ਨੇ, ਸਤਿਗੁਰੂ ਦੇ ਪਿਆਰ ਪ੍ਰੇਮ ਦੇ ਵਿੱਚ ਤਨ ਮਨ ਧਨ ਗੁਰੂ ਤੋਂ ਵਾਰ ਦਿੰਦੇ ਨੇ, ਅਸਲੀ ਉਹੀ ਸਤਿਗੁਰੂ ਨੂੰ ਮਿਲ ਸਕਦੇ ਨੇ। ਤੇ ਕੇਵਲ ਬਾਹਰਲੀਆਂ ਅੱਖਾਂ ਦੇ ਨਾਲ ਦੇਖਣ ਵਾਲੇ ਮੁਕਤ ਨਹੀਂ ਹੋ ਸਕਦੇ। ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ, ਮੂਰਖ ਅੰਧ ਗਵਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨਮੁੱਖਾਂ ਦੀ ਹਾਲਤ ਬਿਆਨ ਕਰਦੇ ਹਨ। ਸਤਿਗੁਰੂ ਨਾ ਸੇਵਿਓ, ਮੂਰਖ ਅੰਧ ਗਵਾਰ, ਵੀ ਜਿਹੜੇ ਮਨ ਕਰਕੇ ਮੂਰਖ ਤੇ ਜਿਹੜੇ ਅਗਿਆਨ ਕਰਕੇ ਅੰਨੇ ਤੇ ਗਿਆਨ ਕਰਕੇ ਗਵਾਰ ਬੇਸਮਝ ਸਨ, ਸਤਿਗੁਰੂ ਨਾ ਸੇਵਿਓ, ਉਹਨਾਂ ਨੇ ਭਾਈ ਸਤਿਗੁਰੂ ਦੀ ਕਦੇ ਸੇਵਾ ਹੀ ਨਹੀਂ ਕੀਤੀ। ਜਿਹੜੇ ਮਨ ਕਰਕੇ ਮੂਰਖ ਸਨ ਤੇ ਅਗਿਆਨ ਕਰਕੇ ਜਹਾਲਤ ਕਰਕੇ ਅੰਨੇ ਸਨ ਤੇ ਬੁੱਧੀ ਕਰਕੇ ਵੀ ਗਵਾਰ ਸਨ, ਉਹਨਾਂ ਨੇ ਕਦੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਦੂਜੇ ਪਾਏ ਬਹੁਤ ਦੁੱਖ ਲਾਗਾ, ਜਲਤਾ ਕਰੇ ਪੁਕਾਰ। ਦੁਐਤ ਭਾਵ ਦੇ ਵਿੱਚ ਲੱਗ ਕੇ ਉਹਨੂੰ ਬਹੁਤਾ ਦੁੱਖ ਲੱਗਿਆ। ਬਹੁਤਾ ਦੁੱਖ ਹੈ, ਸਭ ਤੋਂ ਵੱਡਾ ਦੁੱਖ ਹੈ ਵਾਹਿਗੁਰੂ ਦੇ ਵਿਛੋੜੇ ਦਾ। ਤੇ ਦੂਸਰੇ ਨੰਬਰ ਤੇ ਸਭ ਤੋਂ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ। ਉਹ ਦੂਜੇ ਪਾਸੇ ਪ੍ਰੇਮ ਕਰਨ ਕਰਕੇ ਉਹਨੂੰ ਬਹੁਤਾ ਵੱਡਾ ਦੁੱਖ ਲੱਗਿਆ। ਜਲਤਾ ਕਰੇ ਪੁਕਾਰ, ਇਸੇ ਲਈ ਉਹ
ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੋਇਆ ਅਥਵਾ ਨਰਕਾਂ ਦੀ ਅੱਗ ਵਿੱਚ ਸੜਦਾ ਹੋਇਆ ਉਹ ਹਮੇਸ਼ਾ ਲਈ ਪੁਕਾਰ ਕਰਦਾ ਹੈ, ਬਈ ਮੈਨੂੰ ਬਚਾਓ, ਬੌੜੀ ਹੈ, ਕੋਈ ਮੈਨੂੰ ਇਸ ਅੱਗ ਤੋਂ ਸੜਨ ਤੋਂ ਬਚਾਓ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ, ਬਈ ਜਿਨ੍ਹਾਂ ਆਪਣੇ ਰਿਸ਼ਤੇਦਾਰਾਂ ਦੇ, ਸਾਕ ਸੰਬੰਧੀਆਂ ਦੇ, ਆਪਣੇ ਧੀਆਂ ਪੁੱਤਰਾਂ ਦੇ, ਆਪਣੇ ਪਰਿਵਾਰ ਵਾਸਤੇ ਗੁਰੂ ਨੂੰ ਵਿਸਾਰ ਦਿੱਤਾ ਸੀ, ਸੇ ਨਾ ਉਪਕਰੇ ਅੰਤੀ ਵਾਰ। ਜਦੋਂ ਅੰਤ ਦਾ ਸਮਾਂ ਆਇਆ, ਜਦੋਂ ਆ ਕੇ ਜਮਾ ਨੇ ਦਿਖਾਈ ਦਿੱਤੀ, ਉਸ ਵੇਲੇ ਉਹਨਾਂ ਚੋਂ ਕੋਈ ਵੀ ਉਪਕਰੇ ਦਾ ਅਰਥ ਵੀ ਕੋਈ ਵੀ ਨਹੀਂ ਬੌੜਿਆ, ਕੋਈ ਵੀ ਨੇੜੇ ਨਹੀਂ ਆਇਆ, ਕੋਈ ਵੀ ਆ ਕੇ ਸਹਾਇਕ ਨਾ ਹੋਇਆ। ਸੇ ਨਾ ਉਪਕਰੇ ਅੰਤੀ ਵਾਰ। ਉਪਕਰੇ ਦਾ ਅਰਥ ਹੁੰਦਾ ਹੈ ਵੀ ਆ ਕੇ ਸਹਾਇਤਾ ਕਰਨੀ ਜਾਂ ਆ ਕੇ ਬੌੜਨਾ। ਇਹ ਕੋਈ ਵੀ ਅੰਤ ਦੇ ਸਮੇਂ ਕੋਈ ਆ ਕੇ ਨਾ ਬੌੜਿਆ, ਨਾ ਹੀ ਕਿਸੇ ਨੇ ਸਹਾਇਤਾ ਕੀਤੀ, ਕਿਉਂਕਿ ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਸਤਿਗੁਰੂ ਦੇ ਬਚਨ ਹੈ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਜਿਨ੍ਹਾਂ ਦੇ ਵਾਸਤੇ ਗੁਰੂ ਨੂੰ ਭੁਲਾ ਦਿੱਤਾ ਸੀ, ਗੁਰੂ ਨੂੰ ਵਿਸਾਰ ਦਿੱਤਾ ਸੀ, ਅੰਤ ਦੇ ਸਮੇਂ ਉਹਨਾਂ ਵਿੱਚੋਂ ਕੋਈ ਵੀ ਨਹੀਂ ਆ ਕੇ ਬੌੜਿਆ, ਕਿਸੇ ਨੇ ਆ ਕੇ ਸਹਾਇਤਾ ਨਹੀਂ ਕੀਤੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਇੱਕ ਪ੍ਰਸੰਗ ਆਉਂਦਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਬਾਬੇ ਬਕਾਲੇ ਵਿੱਚ ਭੋਰੇ ਵਿੱਚ ਬੈਠ ਕੇ ਭਗਤੀ ਕਰ ਰਹੇ ਸਨ, ਉਹਨਾਂ ਦਿਨਾਂ ਦੀ ਗੱਲ ਹੈ। ਕੋਈ ਗੁਰਸਿੱਖ ਗੁਰੂ ਮਹਾਰਾਜ ਦੇ ਕੋਲ ਆਇਆ ਕਰਦਾ ਸੀ, ਸੇਵਾ ਵੀ ਕਰਦਾ ਸੀ, ਤੇ ਫਿਰ ਉਸ ਦਾ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਉਹ ਪਰਿਵਾਰ ਦੇ ਵਿੱਚ ਇੰਨਾ ਖਚਤ ਹੋ ਗਿਆ, ਉਸਨੇ ਗੁਰੂ ਘਰ ਆਉਣਾ ਹੀ ਛੱਡਤਾ, ਸੇਵਾ ਵੀ ਛੱਡਤੀ, ਨਿਤਨੇਮ ਵੀ ਛੱਡਤਾ, ਸਭ ਕੁਝ ਹੀ ਛੱਡ ਦਿੱਤਾ। ਇੱਕ ਦਿਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਟਹਿਲਣ ਵਾਸਤੇ ਜਾ ਰਹੇ ਸਨ, ਤੇ ਉਹ ਜਿਹੜਾ ਨੌਜਵਾਨ ਗੁਰਸਿੱਖ ਸੀ, ਉਹ ਪੱਠਿਆਂ ਦੀ ਪੰਡ ਲੈ ਕੇ ਘਰ ਨੂੰ ਆ ਰਿਹਾ ਸੀ। ਰਸਤੇ ਵਿੱਚ ਟਾਕਰਾ ਹੋ ਗਿਆ। ਹੁਣ ਉਸਨੇ ਸੋਚਿਆ ਵੀ ਗੁਰੂ ਮਹਾਰਾਜ ਸਾਹਮਣੇ ਆ ਰਹੇ ਨੇ। ਉਸਨੇ ਪੱਠਿਆਂ ਦੀ ਪੰਡ ਪਰੇ ਸੁੱਟ ਕੇ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ। ਤੇ ਗੁਰੂ ਮਹਾਰਾਜ ਨੇ ਜਦੋਂ ਉਹਦੇ ਵੱਲ ਤੱਕਿਆ, ਪਛਾਣ ਲਿਆ। ਕਹਿਣ ਲੱਗੇ, ਗੁਰਸਿੱਖਾ, ਕੀ ਗੱਲ ਹੈ, ਕਿਤੇ ਗਿਆ ਹੋਇਆ ਸੀ? ਬੜੀ ਦੇਰ ਬਾਅਦ ਤੇਰੇ ਦਰਸ਼ਨ ਹੋਏ ਨੇ। ਉਹ ਅੱਗੋਂ ਕਹਿਣ ਲੱਗਾ, ਕਹਿੰਦਾ, ਮਹਾਰਾਜ, ਕੁਝ ਸਮਾਂ ਹੋਇਆ ਮੇਰਾ ਵਿਆਹ ਹੋ ਗਿਆ, ਇਸ ਲਈ ਹੁਣ ਤਾਂ ਘਰੇ ਹੀ ਬਸ ਕੰਮ ਕਾਰ ਨਹੀਂ ਮੁੱਕਦੇ, ਪਰਿਵਾਰ ਦੇ ਇੰਨੇ ਰੁਝੇਵੇਂ ਨੇ, ਬਸ ਉਹੀ ਨਹੀਂ ਪੂਰੇ ਹੁੰਦੇ। ਹੁਣ ਸੰਗਤ ਵਾਸਤੇ, ਸੇਵਾ ਵਾਸਤੇ ਸਮਾਂ ਹੀ ਨਹੀਂ ਹੁੰਦਾ, ਮੈਂ ਕਰਾਂ ਕੀ? ਤਾਂ ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਿਲਾਸ ਦੇ ਨਾਲ ਆਖਿਆ। ਕਹਿਣ ਲੱਗੇ, ਭਲਿਆ ਲੋਕਾ, ਜਿਨ੍ਹਾਂ ਦੀ ਖਾਤਰ ਤੂੰ ਗੁਰੂ ਨੂੰ ਵਿਸਾਰ ਦਿੱਤਾ, ਜਿਨ ਕਾਰਨ ਗੁਰੂ ਵਿਸਾਰਿਆ, ਸੇ ਨਾ ਉਪਕਰੇ ਅੰਤੀ ਵਾਰ। ਵੀ ਕੀ ਇਹ ਤੇਰੇ ਅੰਤ ਵੇਲੇ ਸਹਾਇਤਾ ਕਰਨਗੇ? ਕਹਿੰਦੇ, ਹਾਂ ਮਹਾਰਾਜ ਕਰਨਗੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੈਨੂੰ ਭੁਲੇਖ ਹੈ। ਕਹਿੰਦਾ, ਨਹੀਂ ਮਹਾਰਾਜ, ਉਹ ਤੇ ਮੇਰੇ ਤੋਂ ਜਾਨ ਵਾਰਨ ਨੂੰ ਤਿਆਰ ਰਹਿੰਦੇ ਨੇ। ਸਤਿਗੁਰੂ ਕਹਿਣ ਲੱਗੇ, ਅੱਛਾ, ਤੇਰਾ ਇਹ ਭੁਲੇਖਾ ਦੂਰ ਕਰਨਾ ਹੀ ਪਵੇਗਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸਨੂੰ ਪ੍ਰਾਣਾਯਾਮ ਕਰਨਾ ਸਿਖਾਇਆ, ਤੇ ਹੌਲੀ ਹੌਲੀ ਇਸ ਨੂੰ 10ਵੇਂ ਦੁਆਰ ਦੇ ਵਿੱਚ ਸੁਆਸ ਚੜਾਉਣ ਦੀ ਵਿਧੀ ਵੀ ਇਸ ਨੂੰ ਸਮਝਾ ਦਿੱਤੀ। ਹੁਣ ਇਹ ਇੱਕ ਦਿਨ ਆਪਣੇ ਘਰ ਵਿੱਚ ਰਾਤ ਨੂੰ ਬੈਠ ਕੇ ਤੇ ਇਸ ਨੇ ਪ੍ਰਾਣਾਯਾਮ ਕੀਤਾ, ਤੇ ਕੁਦਰਤੀ ਇਹਦੇ ਸੁਆਸ 10ਵੇਂ ਦੁਆਰ ਦੇ ਵਿੱਚ ਚੜ ਗਏ। ਹੁਣ ਜਦੋਂ 10ਵੇਂ ਦੁਆਰ ਦੇ ਵਿੱਚ ਸੁਆਸ ਚੜ ਜਾਂਦੇ ਨੇ, ਉਹਨੂੰ ਸਰੀਰ ਦਾ ਚੇਤਾ ਭੁੱਲ ਜਾਂਦਾ। ਤੇ ਜਦੋਂ ਇਸ ਦੇ 10ਵੇਂ ਦੁਆਰ ਦੇ ਵਿੱਚ ਸੁਆਸ ਚੜੇ, ਤਾਂ ਜਿੰਨੇ ਪਰਿਵਾਰ ਦੇ ਮੈਂਬਰ ਸਨ, ਉਹ ਸਾਰੇ ਰੋਣ ਲੱਗ ਪਏ। ਜਦੋਂ ਰੋਣ ਲੱਗ ਪਏ ਤੇ ਗੁਰੂ ਮਹਾਰਾਜ ਦੇ ਕੋਲ ਵੀ ਸੁਨੇਹਾ ਪਹੁੰਚਿਆ। ਕਹਿੰਦੇ, ਮਹਾਰਾਜ, ਉਹ ਤੁਹਾਡਾ ਇੱਕ ਸੇਵਕ ਚੜ੍ਹਾਈ ਕਰ ਗਿਆ। ਸਤਿਗੁਰੂ ਨੂੰ ਸਾਰੀ ਗੱਲ ਦਾ ਪਤਾ ਸੀ। ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਅਸੀਂ ਵੀ ਉਸ ਗੁਰਸਿੱਖ ਦੇ ਘਰ ਚੱਲਦੇ ਹਾਂ, ਚਲੋ ਹੁਣ ਸੰਸਕਾਰ ਹੋਣਾ ਤੇ ਅਸੀਂ ਜਾ ਕੇ ਸਾਰਾ ਉਸਦਾ ਅੰਤਮ ਸੰਸਕਾਰ ਕਰਵਾ ਦਿੰਦੇ ਹਾਂ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਘਰ ਦੇ ਵਿੱਚ ਆਏ
ਤਾਂ ਉਸ ਵੇਲੇ ਸਾਰਾ ਪਰਿਵਾਰ, ਸਾਰੇ ਰਿਸ਼ਤੇਦਾਰ ਜ਼ਾਰੋ-ਜ਼ਾਰ ਰੋ ਰਹੇ ਸਨ। ਮਾਤਾ ਪਿਤਾ ਇਹ ਗੱਲ ਆਖ ਰਹੇ ਸਨ ਬਈ ਇਹ ਨੌਜਵਾਨ ਪੁੱਤ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਿਆ ਹੈ, ਇਸ ਲਈ ਸਾਨੂੰ ਤੇ ਪਹਾੜ ਜਿੱਡਾ ਦੁੱਖ ਦੇ ਗਿਆ ਹੈ, ਅਸੀਂ ਕਿਸ ਆਸਰੇ ਜੀਵਾਂਗੇ। ਤੇ ਨਾਲ ਹੀ ਇਹ ਵੀ ਕਹਿੰਦੇ ਇਹਦੀ ਥਾਂ ਤੇ ਅਸੀਂ ਮਰ ਜਾਂਦੇ ਚੰਗੀ ਗੱਲ ਸੀ, ਸਾਨੂੰ ਆਹ ਦੁੱਖ ਨਾ ਦੇਖਣਾ ਪੈਂਦਾ, ਜਿਵੇਂ ਆਮ ਦੁਨੀਆ ਦੇ ਲੋਕ ਸਾਰੇ ਕਰਦੇ ਹੀ ਨੇ। ਤੇ ਜਦੋਂ ਇਹ ਗੱਲਾਂ ਕਰ ਰਹੇ ਸੀ ਨੇ ਤੇ ਉਸੇ ਤਰ੍ਹਾਂ ਜਿਹੜੀ ਇਹਦੀ ਘਰਵਾਲੀ ਸੀ ਉਹ ਵੀ ਕਹਿਣ ਲੱਗੀ ਬਈ ਹੁਣ ਤੂੰ ਕਿਉਂ ਚੜ੍ਹਾਈ ਕਰ ਗਿਆ, ਮੈਂ ਮਰ ਜਾਂਦੀ, ਮੈਂ ਹੁਣ ਕਿਵੇਂ ਦਿਨ ਕੱਟਾਂਗੀ। ਸਾਰੇ ਉਸ ਦਾ ਵਾਸਤਾ ਪਾ ਕੇ ਕੀਰਨੇ ਪਾ ਰਹੇ ਸਨ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਐਵੇਂ ਝੂਠੀਆਂ ਗੱਲਾਂ ਲੋਕ ਕਰਦੇ ਨੇ, ਇਹਨਾਂ ਦਾ ਜਿਹੜਾ ਪਰਦਾ ਫਾਸ਼ ਕਰਨਾ ਚਾਹੀਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਆਖਿਆ, ਭਾਈ ਰੋਵੋ ਨਾ, ਸਾਡਾ ਬਚਨ ਸੁਣੋ। ਕਹਿੰਦੇ ਮਹਾਰਾਜ ਦੱਸੋ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੂੜੀ ਕੱਢੀ, ਕਹਿਣ ਲੱਗੇ ਲੋ ਆਹ ਸਾਨੂੰ ਕਿਸੇ ਸਾਧੂ ਨੇ, ਕਿਸੇ ਸੰਨਿਆਸੀ ਨੇ ਇੱਕ ਨੁਸਖਾ ਦਿੱਤਾ ਹੈ ਔਰ ਇਹਦਾ ਇਹ ਵੱਡਾ ਗੁਣ ਹੈ, ਜੇ ਤੁਹਾਡਾ ਕਿਸੇ ਨਾਲ ਪਿਆਰ ਹੈ ਉਹ ਚੜ੍ਹਾਈ ਕਰ ਜਾਂਦਾ ਹੈ ਤੇ ਤੁਸੀਂ ਇਹ ਦਵਾਈ ਖਾ ਲਓ, ਇਹ ਨੁਸਖਾ ਖਾ ਲਓ, ਉਹ ਜਿਉਂਦਾ ਹੋ ਜਾਵੇਗਾ ਤੇ ਖਾਣ ਵਾਲਾ ਮਰ ਜਾਵੇਗਾ। ਲਓ ਹੁਣ ਦੇਖ ਲਓ, ਜੇ ਤੁਹਾਡਾ ਬਹੁਤਾ ਪ੍ਰੇਮ ਹੈ ਤੇ ਫਿਰ ਤੁਸੀਂ ਇਹ ਖਾ ਲਓ ਨੁਸਖਾ ਤੇ ਇਹ ਜਿਉਂਦਾ ਹੋ ਜਾਵੇਗਾ ਤੇ ਤੁਹਾਨੂੰ ਮਰਨਾ ਪਵੇਗਾ। ਜਦੋਂ ਇੰਨੀ ਗੱਲ ਆਖੀ ਤੇ ਸਾਰੇ ਹੈਰਾਨ ਜੀ ਹੋ ਗਏ। ਮਾਤਾ ਪਿਤਾ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਅਸੀਂ ਮਰ ਜਾਂਦੇ, ਇਹ ਕਿਉਂ ਮਰ ਗਿਆ, ਸਾਨੂੰ ਦੁੱਖ ਵਿੱਚ ਸੁੱਟ ਗਿਆ, ਉਹ ਕਹਿਣ ਲੱਗੇ ਚੰਨ ਹੁਣੇ ਮਰਨ ਵਾਲਾ ਮਰ ਗਿਆ, ਹੁਣ ਅਸੀਂ ਕਿਵੇਂ ਮਰੀਏ, ਅਣਿਆਈ ਮੌਤੇ ਮਰਨਾ ਤੇ ਬੜੀ ਔਖੀ ਗੱਲ ਹੈ। ਘਰਵਾਲੀ ਨੂੰ ਕਿਹਾ ਬਈ ਤੂੰ ਵੇਖ ਲੈ, ਤੇਰੇ ਸਿਰ ਦਾ ਸਾਈਂ ਚਲਿਆ ਗਿਆ। ਉਹ ਕਹਿਣ ਲੱਗੀ ਜਿਵੇਂ ਦੂਸਰੀਆਂ ਹੋਰ ਵਿਧਵਾ ਕੱਟਦੀਆਂ ਨੇ ਮੈਂ ਵੀ ਕੱਟ ਲਵਾਂਗੀ, ਮੈਥੋਂ ਵੀ ਨਹੀਂ ਮਰਿਆ ਜਾਂਦਾ। ਸਾਰੇ ਜਵਾਬ ਦੇ ਗਏ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਹੀ ਤੁਹਾਡਾ ਪ੍ਰੇਮ ਸੀ, ਐਵੇਂ ਝੂਠੀਆਂ ਗੱਲਾਂ ਕਰ ਕਰਕੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਸੀ। ਤੇ ਸਤਿਗੁਰੂ ਕਹਿਣ ਲੱਗੇ ਹੁਣ ਦੱਸੋ ਫਿਰ ਕੀ ਕਰੀਏ। ਕੁਝ ਸਮਾਂ ਤੇ ਚੁੱਪ ਰਹੇ ਤੇ ਫਿਰ ਕੁਝ ਹੋਰ ਜਿਹੜੇ ਰਿਸ਼ਤੇਦਾਰ ਆਏ ਸਨ ਕਹਿੰਦੇ ਮਹਾਰਾਜ ਤੁਸੀਂ ਤਾਂ ਪਰਉਪਕਾਰੀਆਂ, ਤੁਸੀਂ ਛਕ ਲਓ। ਗੁਰੂ ਮਹਾਰਾਜ ਬੜੇ ਹੱਸੇ, ਕਹਿਣ ਲੱਗੇ ਤੁਹਾਨੂੰ ਗੁਰੂ ਦੀ ਲੋੜ ਨਹੀਂ, ਜਿਸਨੇ ਲੋਕ ਪਰਲੋਕ ਵਿੱਚ ਸਹਾਇਤਾ ਕਰਨੀ ਹੈ। ਤੁਹਾਨੂੰ ਦੁਨੀਆ ਦਾ ਕੰਮ ਪਿਆਰਾ ਹੈ, ਚੰਮ ਪਿਆਰਾ ਨਹੀਂ ਹੈ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਕੁਝ ਗੁਰਸਿੱਖਾਂ ਨੂੰ ਆਖਿਆ, ਕਹਿਣ ਲੱਗੇ ਚੰਗਾ ਭਾਈ ਬਈ ਤੁਸੀਂ ਦੇਸੀ ਘਿਓ ਲਿਆਓ, ਮੱਖਣ ਲਿਆਓ, ਇਹਦੇ ਹੱਥਾਂ ਪੈਰਾਂ ਦੀਆਂ ਤਲੀਆਂ ਨੂੰ ਚੱਸੋ ਤੇ ਨਾਲੇ ਇਹਦੇ ਸਿਰ ਦੇ ਵਿੱਚ ਦੇਸੀ ਘਿਓ ਦੀ ਮਾਲਿਸ਼ ਕਰੋ। ਤੇ ਜਦੋਂ ਗੁਰਸਿੱਖਾਂ ਨੇ ਉਹ ਹੱਥਾਂ ਪੈਰਾਂ ਦੀਆਂ ਤਲੀਆਂ ਦੇ ਵਿੱਚ ਦੇਸੀ ਘਿਓ ਚੱਸਿਆ ਤੇ ਸਿਰ ਦੇ ਵਿੱਚ ਚੱਸਿਆ ਤੇ ਹੌਲੀ ਹੌਲੀ ਸਰੀਰ ਵਿੱਚ ਗਰਮੈਸ਼ ਹੋ ਗਈ। ਇਹਦੇ ਸਵਾਸ 10ਵੇਂ ਦੁਆਰ ਤੋਂ ਹੇਠਾਂ ਉਤਰੇ ਆਏ। ਜਦੋਂ ਹੇਠਾਂ ਉਤਰੇ ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ ਵੀ ਆਹ ਵੇਖ ਲੈ, ਜਿਨ੍ਹਾਂ ਨੂੰ ਤੂੰ ਕਹਿੰਦਾ ਸੀ ਨਾ ਮੇਰੀ ਥਾਂ ਜਾਨ ਵਾਰਨ ਨੂੰ ਤਿਆਰ ਨੇ, ਤੇ ਹੁਣ ਇਹਨਾਂ ਨੇ ਕਿਸੇ ਨੇ ਵੀ ਆਪਣਾ ਬਚਨ ਪੂਰਾ ਨਹੀਂ ਕੀਤਾ। ਤੇ ਉਸ ਵੇਲੇ ਉਸ ਗੁਰਸਿੱਖ ਨੂੰ ਸਮਝ ਆਈ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਮੈਂ ਤੇ ਸੋਚਿਆ ਸੀ ਵੀ ਇਹ ਮੇਰਾ ਪਰਿਵਾਰ ਹੈ, ਮੇਰੀ ਖਾਤਰ ਸਭ ਕੁਰਬਾਨੀ ਕਰਨ ਲਈ ਤਿਆਰ ਹੋਵੇਗਾ, ਪਰ ਇਹਨਾਂ ਦਾ ਸੰਬੰਧ ਓਨਾ ਚਿਰ ਹੀ ਹੈ ਜਿੰਨਾ ਚਿਰ ਤੱਕ ਮਨੁੱਖ ਜਿਉਂਦਾ ਹੋਵੇ। ਜਦੋਂ ਅੱਖਾਂ ਮੀਟ ਜਾਂਦਾ ਸਭ ਦਾ ਮੋਹ ਟੁੱਟ ਜਾਂਦਾ ਹੈ। ਬਸ ਐਵੇਂ ਝੂਠੇ ਰੋਣੇ ਰੋਂਦੇ ਨੇ ਤੇ ਕੋਈ ਉਸ ਦੀ ਥਾਂ ਮਰਨ ਨੂੰ ਤਿਆਰ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਕਹਿਣ ਲੱਗੇ ਭਾਈ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ, ਗੁਰੂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ, ਜਿਨ੍ਹਾਂ ਦੇ ਵਾਸਤੇ ਗੁਰੂ ਨੂੰ ਵਿਸਾਰ ਦਿੱਤਾ ਸੀ ਵੀ ਉਹ ਆਉਂਦੇ ਸਮੇਂ ਕੋਈ ਨਾ ਬੌੜੇ, ਕਿਸੇ ਨੇ ਆ ਕੇ ਸਹਾਇਤਾ ਨਹੀਂ ਕੀਤੀ। ਫਿਰ ਉਹ ਗੁਰਸਿੱਖ ਗੁਰੂ ਦੀ ਸੇਵਾ ਕਰਕੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਿਆ। ਨਾਨਕ ਗੁਰਮਤਿ ਸੁਖ ਪਾਇਆ, ਬਖਸ਼ੇ ਬਖਸ਼ਣਹਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਹੀ ਹਰ ਜੀਵ ਨੇ ਸੱਚਾ ਸੁਖ ਪ੍ਰਾਪਤ ਕੀਤਾ ਹੈ। ਬਖਸ਼ੇ ਬਖਸ਼ਣਹਾਰ
ਤੇ ਉਹ ਵਾਹਿਗੁਰੂ ਭਾਈ ਬਖਸ਼ਣਹਾਰ ਹੈ। ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰ ਲਵੇ ਉਹ ਬਖਸ਼ਣਹਾਰ ਵਾਹਿਗੁਰੂ ਉਸ ਨੂੰ ਬਖਸ਼ ਲੈਂਦਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ। ਉਹ ਵਾਹਿਗੁਰੂ ਵੱਡੇ ਵੱਡੇ ਪਾਪੀਆਂ ਨੂੰ ਬਖਸ਼ਣ ਵਾਲਾ ਬਖਸ਼ ਦਿੰਦਾ ਹੈ। ਪੌੜੀ ਤੂੰ ਆਪੇ ਹੀ ਆਪ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਤੂੰ ਆਪੇ ਆਪ ਆਪ ਸਭ ਕਰਤਾ। ਹੇ ਵਾਹਿਗੁਰੂ, ਤੂੰ ਪਹਿਲਾਂ ਵੀ ਆਪ ਕਰਤਾ ਪੁਰਖ ਸਿਰਜਣਹਾਰ ਸੀ, ਹੁਣ ਵੀ ਤੂੰ ਆਪ ਕਰਤਾ ਪੁਰਖ ਸਿਰਜਣਹਾਰ ਹੈ, ਤੇ ਅੱਗੇ ਲਈ ਵੀ, ਭਾਵ ਹਮੇਸ਼ਾ ਹਮੇਸ਼ਾ ਤਿੰਨੇ ਕਾਲਾਂ ਦੇ ਵਿੱਚ ਤੂੰ ਆਪ ਹੀ ਕਰਤਾ ਪੁਰਖ ਹੋਵੇਂਗਾ। ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਜੇ ਤੇਰੇ ਬਿਨਾਂ ਕੋਈ ਹੋਰ ਦੂਜਾ ਹੋਵੇ ਤਾਂ ਹੀ ਉਹਦੇ ਬਾਰੇ ਕੁਛ ਬਿਆਨ ਕੀਤਾ ਜਾਵੇ। ਜਦੋਂ ਤੇਰੇ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ ਤੇ ਫਿਰ ਦੱਸੋ ਹੋਰ ਕਿਸੇ ਬਾਰੇ ਕੀ ਆਖਿਆ ਜਾਵੇ। ਹਰ ਆਪੇ ਬੋਲੇ ਆਪ ਬੁਲਾਵੇ, ਹਰ ਆਪੇ ਜਲ ਥਲ ਰਵ ਰਹੀਐ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਬੋਲਦਾ ਹੈ ਤੇ ਆਪ ਹੀ ਬੁਲਾਉਂਦਾ ਹੈ। ਜਿਵੇਂ ਕਿ ਸਤਿਗੁਰੂ ਦੇ ਬਚਨ ਹਨ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਹਰ ਆਪੇ ਬੋਲੇ, ਉਹ ਵਾਹਿਗੁਰੂ ਆਪ ਹੀ ਸਭ ਦੇ ਅੰਦਰ ਬੋਲਦਾ ਹੈ ਤੇ ਆਪ ਹੀ ਬੁਲਾ ਰਿਹਾ ਹੈ। ਹਰ ਆਪੇ ਜਲ ਥਲ ਰਵ ਰਹੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜਲਾਂ ਥਲਾਂ ਦੇ ਵਿੱਚ ਵਸ ਰਿਹਾ ਹੈ। ਹਰ ਆਪੇ ਮਾਰੈ ਹਰ ਆਪੇ ਛੋੜੈ, ਮਨ ਹਰ ਸਰਨੀ ਪੜ ਰਹੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਨੂੰ ਮਾਰਦਾ ਹੈ ਤੇ ਆਪ ਹੀ ਛੱਡ ਦਿੰਦਾ ਹੈ। ਮਨ ਹਰ ਸਰਨੀ ਪੜ ਰਹੀ ਹੈ। ਇਸੇ ਲਈ ਐ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਹਮੇਸ਼ਾ ਲਈ ਪਏ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਤੋਂ ਬਿਨਾਂ ਮਾਰਨ ਵਾਲਾ ਤੇ ਛੱਡਣ ਵਾਲਾ ਵੀ ਕੋਈ ਨਹੀਂ ਹੈ। ਹਰ ਬਿਨ ਕੋਈ ਮਾਰ ਜੀਵਾਲ ਨ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀਐ। ਹਜ਼ੂਰ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਮਾਰਨ ਵਾਲਾ ਤੇ ਮਾਰ ਕੇ ਜਿਉਣ ਵਾਲਾ ਵੀ ਕੋਈ ਹੋਰ ਨਹੀਂ ਹੈ। ਇਸੇ ਲਈ ਉਸ ਵਾਹਿਗੁਰੂ ਤੇ ਭਰੋਸਾ ਰੱਖੋ। ਮਨ ਹੋਏ ਨਚਿੰਦ ਨਿਸਲ ਹੋਏ ਰਹੀਏ, ਵੀ ਐ ਮਨਾ ਤੂੰ ਨਚਿੰਦ ਨਿਸ਼ਚਿੰਤ ਹੋ ਕੇ ਸਭ ਚਿੰਤਾ ਨੂੰ ਛੱਡ ਕੇ, ਤੇ ਨਿਸਲ ਦਾ ਅਰਥ ਹੈ ਵੀ ਕਹਿੰਦੇ ਬੇਪਰਵਾਹ ਹੋ ਕੇ। ਕਹਿੰਦੇ ਕਿਵੇਂ ਨਿਸਲ ਹੋ ਕੇ ਪਿਆ, ਤੂੰ ਸਾਰੀਆਂ ਚਿੰਤਾ ਨੂੰ ਛੱਡ ਕੇ ਤੇ ਨਿਸਲ ਬੇਪਰਵਾਹ ਹੋ ਕੇ ਤੈਨੂੰ ਰਹਿਣਾ ਚਾਹੀਦਾ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਮਾਰ ਸਕਦਾ ਨਾ ਹੀ ਕੋਈ ਕਿਸੇ ਨੂੰ ਜੀਵਾਲ ਸਕਦਾ। ਇਸ ਲਈ ਸਾਨੂੰ ਉਸ ਵਾਹਿਗੁਰੂ ਤੇ ਭਰੋਸਾ ਰੱਖ ਕੇ ਤੇ ਐ ਨਿਸ਼ਚਿੰਤ ਹੋ ਕੇ ਤੇ ਬੇਪਰਵਾਹ ਹੋ ਕੇ ਤੇ ਸਾਨੂੰ ਆਨੰਦ ਵਿੱਚ ਰਹਿਣਾ ਚਾਹੀਦਾ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਲੋ ਹਜ਼ੂਰ ਕਹਿੰਦੇ ਨੇ, ਗੁਰਮੁਖੋ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਸਦਾ ਸਦਾ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਰਹੀਏ। ਜਨ ਨਾਨਕ ਗੁਰਮੁਖ ਹਰ ਲਹੀਐ। ਫਿਰ ਇਹਦਾ ਫਲ ਕੀ ਹੋਵੇਗਾ? ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਇਸ ਢੰਗ ਦੇ ਨਾਲ ਹਰ ਲਹੀਐ, ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਈਦਾ। ਅਸੀਂ ਚਾਹੁੰਦੇ ਹਾਂ ਰੱਬ ਨੂੰ ਮਿਲਣਾ, ਪਰ ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਤੇ ਇਹਦੇ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੁਧ ਇਹ ਅਖੀਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮੋਹਰ ਲਾਈ ਹੈ ਵੀ ਇਹ ਵਾਰ ਸ਼ੁੱਧ ਹੈ। ਭਾਵੇਂ ਇਹ ਵਾਰ ਮਹੱਲੇ ਚੌਥੇ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੀ, ਪਰ ਇਹਦੇ ਵਿੱਚ 40 ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਆਏ, 3 ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਏ, ਔਰ ਇਹਨਾਂ ਸ਼ਲੋਕਾਂ ਨੂੰ ਸਤਿਗੁਰੂ ਮਹਾਰਾਜ ਨੇ ਬਾਅਦ ਵਿੱਚ ਹੀ ਲਿਖਵਾਇਆ ਹੋਵੇਗਾ। ਇਸ ਲਈ ਇਹ ਮੋਹਰ ਲਾ ਕੇ ਤੇ ਗੁਰੂ ਮਹਾਰਾਜ ਨੇ ਆਖਿਆ ਵੀ ਇਹ ਵਾਰ ਸ਼ੁੱਧ ਹੈ, ਤੇ ਇਸ ਲਈ ਕੋਈ ਇਹ ਨਾ ਸਮਝੇ ਵੀ ਵਾਰ ਤੇ ਚੌਥੇ ਪਾਤਸ਼ਾਹ ਦੀ ਸੀ ਤੇ ਹੋਰ ਸਤਿਗੁਰੂ ਦੇ ਸ਼ਲੋਕ ਇਹਦੇ ਵਿੱਚ ਕਿਵੇਂ ਆ ਗਏ।
ਵੀ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਇਹ ਸਾਰੀ ਬਾਣੀ ਲਿਖਵਾਈ ਹੈ। ਹਰ ਸ਼ਲੋਕ, ਹਰ ਵਾਰ ਦੀ ਪੌੜੀ ਗੁਰੂ ਮਹਾਰਾਜ ਨੇ ਜਿੱਥੇ ਯੋਗ ਸਮਝੀ ਹੈ ਤੇ ਉੱਥੇ ਉਸ ਨੂੰ ਲਿਖਿਆ ਤੇ ਲਿਖਵਾਇਆ ਹੈ। ਹਰ ਅੱਖਰ, ਹਰ ਲਗ ਮਾਤਰ ਸੋਚ ਸਮਝ ਕੇ ਵਿਚਾਰ ਕੇ ਸਤਿਗੁਰੂ ਮਹਾਰਾਜ ਨੇ ਲਿਖਵਾਈ ਹੈ। ਇਸ ਲਈ ਸਾਰੀ ਵਾਰ ਸ਼ੁੱਧ ਹੈ ਤੇ ਤੁਸੀਂ ਇਸ ਉਪਦੇਸ਼ ਨੂੰ ਕਮਾਓਗੇ। ਸ਼ੁੱਧ ਤੁਹਾਡਾ ਹਿਰਦਾ ਸ਼ੁੱਧ ਹੋਵੇਗਾ ਤੇ ਜਦੋਂ ਹਿਰਦਾ ਸ਼ੁੱਧ ਹੋ ਗਿਆ ਤੇ ਤੁਹਾਨੂੰ ਆਤਮਾ ਤੇ ਪਰਮਾਤਮਾ ਦੀ ਸ਼ੁੱਧ ਖਬਰਸਾਰ ਮਿਲ ਜਾਵੇਗੀ ਤੇ ਤੁਹਾਡੇ ਜੀਵਨ ਦੀ ਸਫਲਤਾ ਹੋ ਜਾਵੇਗੀ। ਇਉਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਹੈ, ਇੱਥੇ ਵਡਹੰਸ ਰਾਗ ਸੰਪੂਰਨ ਹੋਇਆ। ਅੱਗੇ ਸੋਰਠ ਰਾਗ ਸ਼ੁਰੂ ਹੋਵੇਗਾ। ਸਤਿਗੁਰੂ ਮਿਹਰ ਕਰਨ ਜਿਵੇਂ ਇਹ 8 ਰਾਗਾਂ ਦੀ ਬਾਣੀ ਵਡਹੰਸ ਰਾਗ ਤੱਕ ਸੰਪੂਰਨ ਹੋਈ ਹੈ, ਇਸੇ ਤਰ੍ਹਾਂ ਰਹਿੰਦੀ ਬਾਣੀ ਦੀ ਕਥਾ ਵੀ ਆਪ ਸਤਿਗੁਰੂ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀਐ। ਉੱਠਦਿਆਂ ਬਹਿੰਦਿਆਂ ਸੁਤਿਆਂ ਸਦਾ ਸਦਾ ਹਰ ਨਾਮ ਧਿਆਈਐ। ਜਨ ਨਾਨਕ ਗੁਰਮੁਖ ਹਰ ਲਹੀਐ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।